2 दिन पहला 3 दिन पहला मैं ਦੀਪ ਸਿੱਧੂ ਬਾਈ ਨੂੰ ਮਿਲ ਕੇ ਆਇਆ ਸੀਗਾ ਤਿਹਾੜ ਜੇਲ੍ਹ ਵਿੱਚ। ਤੇ ਕੱਲ ਪਰਸੋਂ ਮੈਂ ਕੁਛ ਪੋਸਟਾਂ ਦੇਖਦਾ ਪਿਆ ਸੀ ਜਿੱਥੇ ਕੋਈ ਦੀਪ ਬਾਈ ਨਾਲ ਕੁੱਟਮਾਰ ਦੀ ਗੱਲ ਹੋ ਰਹੀ ਸੀ ਕਿ ਉੱਥੇ ਕੁੱਟਮਾਰ ਹੋਈ ਹੈ ਏਜੰਸੀਆਂ ਵੱਲੋਂ, ਜਾਂ ਉਹਨੂੰ 7 ਸਾਲ ਦੀ ਕੈਦ ਹੋ ਗਈ ਹੈ, ਜਾਂ ਕੋਈ ਕੁਛ ਬੋਲਦਾ ਸੀ। ਤੇ ਫਿਰ ਮੈਨੂੰ ਲੱਗਿਆ ਕਿ ਲਾਈਵ ਆਉਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਇਸ ਦੀਪ ਬਾਈ ਦੇ ਕੇਸ ਦੀ ਜਿਹੜੀ ਸਾਰੀ ਦੇਖ ਰੇਖ ਹੈਗੀ ਆ ਉਹ ਮਨਦੀਪ ਸਿੰਘ ਸਿੱਧੂ ਭਾਜੀ ਕਰ ਰਹੇ, ਜੋ ਦੀਪ ਬਾਈ ਦੇ ਛੋਟੇ ਭਰਾ ਨੇ। ਖੁਦ ਉਹ ਐਡਵੋਕੇਟ ਵੀ ਨੇ, ਪ੍ਰੈਕਟਿਸ ਕਰਦੇ ਨੇ, ਤੇ ਉਹ ਸਾਰਾ ਫਸਟ ਹੈਂਡ ਉਹ ਦੇਖਦੇ ਪਏ ਨੇ। ਤੇ ਕੁਛ ਵੀ ਤੁਹਾਨੂੰ ਜਿਹੜੀ ਗੱਲ ਹੋਵੇ ਦੀਪ ਬਾਈ ਦੇ ਬਾਰੇ 'ਚ ਜਾਂ ਕੇਸ ਦੇ ਬਾਰੇ 'ਚ, ਮੇਰੇ ਖਿਆਲ ਨਾਲ ਮਨਦੀਪ ਭਾਜੀ ਖੁਦ ਬਹੁਤ ਸੋਸ਼ਲ ਮੀਡੀਆ ਉੱਤੇ ਐਕਟਿਵ ਨਹੀਂ ਹੈਗੇ। ਉਹ ਬਹੁਤ ਥੋੜ੍ਹੇ ਸ਼ਾਈ ਕਿਸਮ, ਇੰਟਰੋਵਰਟ ਟਾਈਪ ਦੇ ਹੈਗੇ। ਚਿਣਕ ਉੱਦਾਂ ਹੀ ਹੈ, ਗੁੱਸਾ ਉੱਦਾਂ ਹੀ ਹੈ ਦੀਪ ਬਾਈ ਵਰਗਾ ਮਨਦੀਪ ਭਾਈ ਦਾ ਵੀ, ਲੇਕਿਨ ਸੋਸ਼ਲ ਮੀਡੀਆ 'ਤੇ ਥੋੜ੍ਹਾ ਘੱਟ ਐਕਟਿਵ ਹੁੰਦੇ ਆ। ਹਰਪ੍ਰੀਤ ਸਿੰਘ ਦੇਵਗਨ ਭਾਜੀ, ਸ਼ੰਭੂ ਮੋਰਚਾ ਪੇਜ, ਇੱਥੋਂ ਤੁਸੀਂ ਸਹੀ ਜਿਹੜੀ ਜਾਣਕਾਰੀ ਹੈਗੀ ਆ ਦੀਪ ਭਾਈ ਦੇ ਕੇਸ ਦੀ ਉਹ ਤੁਹਾਨੂੰ ਮਿਲ ਸਕਦੀ ਹੈ। ਉਦੋਖੇ ਭਾਜੀ ਵੀ ਜੋ ਮਨਦੀਪ ਭਾਈ ਦੇ ਨਾਲ ਟੱਚ ਵਿੱਚ ਰਹਿੰਦੇ ਆ, ਤੇ ਉਹ ਵੀ ਜਿਹੜਾ ਲਿਖਦੇ ਆ ਉਹ ਗੱਲ ਕਰਨ ਤੋਂ ਬਾਅਦ ਲਿਖਦੇ ਆ, ਮਤਲਬ ਹਵਾ 'ਚ ਨਹੀਂ ਲਿਖਦੇ। ਤੇ ਕੋਈ ਵੀ ਗੱਲ ਹੈ ਉਹ ਤੁਹਾਨੂੰ ਹਰਪ੍ਰੀਤ ਸਿੰਘ ਦੇਵਗਨ ਭਾਜੀ, ਉਦੋਖੇ ਸਾਹਿਬ ਜਾਂ ਮਨਦੀਪ ਭਾਜੀ ਤੋਂ ਤੁਹਾਨੂੰ ਪਤਾ ਲੱਗੇ ਤੇ ਉਹੀ ਗੱਲ ਐਕਚੁਅਲ 'ਚ ਹੈਗੀ ਹੈ। ਤੇ ਮੇਰੀ ਜਦੋਂ ਗੱਲ ਹੋਈ, ਮੈਂ ਉਸ ਗੱਲ 'ਤੇ ਆਉਣਾ। ਸਾਡਾ ਜਦੋਂ ਸ਼ੰਭੂ ਮੋਰਚਾ, ਜਦੋਂ ਵੀ ਆਪਾਂ ਪਹਿਲੇ ਦਿਨ ਤੋਂ ਹੀ ਕਿਸੇ ਨੇ ਵੀ ਨੈਗੇਟਿਵ ਗੱਲ ਨਹੀਂ ਕੀਤੀ, ਖਾਸ ਕਰ ਦੀਪ ਬਾਈ ਦੇ ਉੱਤੇ ਇੰਨੇ ਜ਼ਿਆਦਾ ਲੋਕਾਂ ਨੇ ਨੈਗੇਟਿਵ ਬੋਲਿਆ ਵੀ, ਬਕਵਾਸ ਕੀਤੀ, ਤਾਂ ਵੀ ਉਹਨੇ, ਮਤਲਬ ਉਹਦੀ ਆਦਤ ਸੀਗੀ, ਉਹਨੇ ਹੱਸ ਕੇ ਟਾਲ ਦੇਣਾ ਹੁੰਦਾ ਸੀ ਕਿ ਕੋਈ ਗੱਲ ਨਹੀਂ, ਬੋਲਣ ਦਿਓ ਯਾਰ। ਕਿਸਾਨ ਆਗੂਆਂ ਬਾਰੇ ਵੀ ਉਹਨੇ ਕਦੀ ਨੈਗੇਟਿਵ ਨਹੀਂ ਬੋਲਿਆ। ਉਹਨੇ ਹਮੇਸ਼ਾ ਇਹੀ ਬੋਲਦਾ ਸੀ ਕਿ ਮੈਂ ਸਿਰਫ ਇਸ ਕਰਕੇ ਹਾਂ ਕਿ ਮੈਂ ਕੋਈ ਇਸ ਅੰਦੋਲਨ ਨੂੰ ਵੇਚ ਨਾ ਦੇਵੇ, ਨਕੇਲ ਪਾਉਣ ਨੂੰ ਆ ਇੱਕ ਕਿਸਮ ਦਾ। ਤੇ ਉਹੀ ਉਸ ਦਾ ਕੰਮ ਸੀਗਾ, ਉਹੀ ਉਹ ਕਰਦਾ ਰਿਹਾ, ਉਹੀ ਉਹ ਅੱਜ ਵੀ ਕਰ ਰਿਹਾ। ਤੇ ਨੈਗੇਟਿਵ ਅੱਜ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਨੈਗੇਟਿਵ ਨਾ ਕੁਛ ਮੇਰੇ ਮੂੰਹੋਂ ਨਿਕਲੇ, ਬਟ ਕਈ ਵਾਰੀ ਸੱਚ ਦੱਸਣਾ ਵੀ ਜ਼ਰੂਰੀ ਹੋ ਜਾਂਦਾ। ਤੇ ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਕਿ ਮੇਰੇ ਮੂੰਹੋਂ ਇਹੋ ਜਿਹੀ ਕੋਈ ਗੱਲ ਨਾ ਨਿਕਲੇ ਜਿਹੜੀ ਕਿਸੇ ਨੂੰ ਨਾ ਚੰਗੀ ਲੱਗੇ। ਜਦੋਂ ਅਸੀਂ ਕਿਸੇ ਦੇ ਨੈਗੇਟਿਵ ਬੋਲਦੇ ਹਾਂ ਜਾਂ ਕਿਸੇ ਦੇ ਵੀ ਬਾਰੇ, ਤਾਂ ਅਸੀਂ ਮੁੱਦੇ ਤੋਂ ਹਟ ਜਾਂਦੇ ਹਾਂ। ਸਰਕਾਰ ਨੇ ਆਹੀ ਕੀਤਾ ਹੁਣੇ ਵੀ, ਜਿਹੜਾ 26 ਜਨਵਰੀ ਨੂੰ ਹੋਇਆ, ਉਹਨਾਂ ਨੇ ਮੁੱਦੇ ਤੋਂ ਭਟਕਾ ਦਿੱਤਾ। ਯੂਥ ਨੂੰ ਉੱਥੋਂ ਹਟਾਉਣਾ ਸੀਗਾ, ਦੀਪ ਬਾਈ ਹਟੇ, ਵਜ੍ਹਾ ਜਿੱਦਾਂ ਵੀ ਜੋ ਵੀ ਪ੍ਰੋਸੈਸ ਹੋਇਆ, ਲੱਖਾ ਬਾਈ ਉੱਥੋਂ ਹਟੇ। ਇਹਨਾਂ ਦੀ ਵਜ੍ਹਾ ਨਾਲ ਪੂਰਾ ਯੂਥ ਜਿਹੜਾ ਉੱਥੋਂ ਦੀ ਕਿਸਾਨ ਮੋਰਚੇ ਤੋਂ ਹਟ ਗਿਆ। ਸੋਸ਼ਲ ਮੀਡੀਆ ਤੋਂ ਬਹੁਤ ਫਰਕ ਪੈ ਗਿਆ, ਬਟ ਕੋਈ ਫਰਕ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਦੋਨੋਂ ਸ਼ੇਰ ਜਿਹੜੇ ਹੈਗੇ ਆ ਇਹ ਵਾਪਸ ਹੋਣਗੇ ਜਲਦੀ ਵਾਪਸ ਉਸ 'ਤੇ। ਇਹ ਦੋਨਾਂ ਦਾ ਕੰਮ ਜਿਹੜਾ, ਕੋਈ ਕਿਸਾਨ ਅੰਦੋਲਨ ਨੂੰ ਵੇਚੇ ਨਾ, ਇਹ ਅਜੇ ਵੀ ਪੂਰੀ ਡਟ ਕੇ ਆਪਣਾ ਪਹਿਰਾ ਦੇ ਰਹੇ ਨੇ। ਤੇ ਮੇਰੀ ਜਦੋਂ ਮੁਲਾਕਾਤ ਹੋਈ ਤਾਂ ਕਾਫੀ ਦੇਰ, ਕਰੀਬ 45 ਮਿੰਟ ਅਸੀਂ ਗੱਲਬਾਤ ਕਰਦੇ ਰਹੇ। ਤੇ ਮੈਂ ਜਿੱਦਾਂ ਜਾਂਦੇ ਹੀ ਮਜ਼ਾਕ 'ਚ ਭਾਜੀ ਨੂੰ ਪੁੱਛਿਆ, ਮੈਂ ਕਿਹਾ ਭਾਜੀ ਦਿਲ ਲੱਗ ਗਿਆ? ਤਾਂ ਹੱਸਣ ਲੱਗ ਗਏ ਜ਼ੋਰ ਜ਼ੋਰ ਦੀ, ਕਹਿੰਦੇ ਯਾਰ ਮੈਂ ਜੇਲ੍ਹ 'ਚ ਹੈਗਾ। ਤੇ ਮੈਂ ਕਿਹਾ ਉਹ ਤਾਂ ਵੀ ਦਿਲ ਲੱਗਿਆ ਨਹੀਂ ਲੱਗਿਆ? ਕਹਿੰਦੇ ਦਿਲ ਲੱਗ ਗਿਆ, ਵਧੀਆ ਲੋਕ ਨੇ। ਕੋਈ ਇਹਨਾਂ ਦੇ ਜਿਹੜਾ ਇਹਨਾਂ ਦੇ 7 ਨੰਬਰ 'ਚ ਨੇ, ਤੇ 7 ਨੰਬਰ ਵਿੱਚ ਸਾਫ ਸੁਥਰੇ ਲੋਕ ਜਿਹੜੇ ਹੁੰਦੇ ਆ ਉਹਨਾਂ ਨੂੰ ਰੱਖਿਆ ਜਾਂਦਾ। ਕੋਈ ਮਿਨਿਸਟਰ ਹੈ ਅਸਾਮ ਦਾ, ਸ਼ਾਇਦ ਬੰਗਾਲ ਦਾ, ਕਹਿੰਦੇ ਕੋਈ ਮਿਨਿਸਟਰ ਹੈ ਉਹ ਪੰਜਾਬੀ ਹੈਗਾ ਭਾਵੇਂ ਬੰਗਾਲ ਦਾ, ਬਟ ਉਹਦੇ ਨਾਲ ਦਿਲ ਲੱਗਿਆ ਰਹਿੰਦਾ। ਕੁਛ IPS ਆਫਿਸਰ ਨੇ, ਕੋਈ IAS ਆਫਿਸਰਸ ਨੇ, ਔਰ ਚੰਡੀਗੜ੍ਹ ਇੱਕ ਕੰਪਨੀ ਹੁੰਦੀ ਸੀਗੀ ਪਰਲ, ਉਹਨਾਂ ਦੇ ਮੇਨ ਜਿਹੜੇ ਨੇ ਉਹ ਵੀ ਉੱਥੇ ਹੀ ਨੇ, ਉਹਨਾਂ ਦੇ ਨਾਲ ਹੀ ਹੁੰਦੇ। ਕਹਿੰਦੇ ਫਿਰ ਮੈਂ ਕਾਫੀ ਪੜ੍ਹਦਾ ਰਹਿਣਾ, ਲਿਖਦਾ ਰਹਿਣਾ। ਕਾਫੀ ਮਜ਼ਾਕ 'ਚ ਵੀ ਗੱਲਾਂ ਹੁੰਦੀਆਂ ਰਹੀਆਂ। ਔਰ ਇੱਕ ਚੀਜ਼ ਮੈਂ ਸ਼ਾਰਟ ਵਿੱਚ ਇਹ ਦੱਸ ਦੇਵਾਂ ਕਿ ਬਾਈ ਦਾ ਦਬਕਾ ਜਿਹੜਾ ਉਹ ਵੀ ਉੱਥੇ ਹੀ ਓਨਾ ਹੀ ਹੈ। ਬਾਈ ਪੂਰੇ ਚੜ੍ਹਦੀ ਕਲਾ 'ਚ ਹੈ, ਕਿਸੇ ਵੀ ਤਰ੍ਹਾਂ ਦਾ ਢਹਿੰਦੀ ਕਲਾ ਨਹੀਂ ਹੈਗੀ, ਉਦਾਸੀ ਨਹੀਂ ਹੈਗੀ। ਉਦਾਸੀ ਕਿਸੇ ਹੋਰ ਗੱਲ 'ਤੇ ਹੈ, ਅਦਰਵਾਈਜ਼ ਉਹਨੂੰ ਕੋਈ ਬੱਬਰ ਸ਼ੇਰ ਦੀ ਤਰ੍ਹਾਂ ਹੀ ਆ, ਉਹ ਚੜ੍ਹਦੀ ਕਲਾ 'ਚ ਹੈ। ਔਰ ਦਬਕਾ ਵੀ ਪੂਰਾ ਹੀ ਹੈ।
इस गल नूं मैं ये बोलिया कि शॉर्ट विच मैं बोलांगा, एक ही लाइन दे विच बोलांगा कि दबका पूरा है। हुण एक किद्दां है मैं नहीं बोल सकदा, मेरे लिए प्रॉब्लम खड़ी हो जानी कैमरे ते अगर मैं बोलिया कि मैं की उत्थे किद्दां किद्दां दबके वाली गल मैं तुसीं समझ जाओ। ये सारियां गल्लां होण तो बाद फिर सीरीयस गल्लां भी होईयां तां कहंदे भाजी मज़ा नहीं आया, जिद्दां पंजाबियां ने जिन्ना कुछ 26 27 28 29 30 31 जो भी सीगा स्टेजां तो बोल दिता, उत्थे उदास हो गए। अब मैं स्टेटस पाया कि यार वो बंदा क्यों है, दीप सिद्धू भाई जेल च क्यों है, उन्हें कुटमार की है, उन्होंने मर्डर किया, उन्हें रेप किया, उन्हें 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 डकैती मारी है। ये उन्हें पूछा ही मैनू, कहना भाजी मैं क्यों है यार जेल विच, की मेरा ये लैवल है, कि ये मेरा स्टैंडर्ड है। हिंदुस्तान दियां टॉप दियां एजेंसियां, क्राइम ब्रांच, रॉ, ਇਹੋ ਜਿਹੀ ਏਜੰਸੀਆਂ ਨੂੰ मैं झेल रहा, जेल च बैठा होया। देश का प्रधानमंत्री होम मिनिस्टर उसनू डायरैक्ट रिपोर्टिंग होंदी है इस केस की, ते पंजाब कहते यार मैं जेल च क्यों आ, मैं डाका मारिया, मैं किसी कुड़ी नू छेड़िया, मैं मर्डर किया, मैं की किया, मैं क्यों आ। इसका जवाब जिहड़ा सी मेरे कोल नहीं सीगा। तुसीं सोचो यार, परचे तो होरां कईयां ते भी होए होए, पर लभ पुलिस सिर्फ लखे बाई नूं रही है, बाकी तो हवाई जहाज़ां च भी घूम रहे ने, उन्हां दे भी परचे है, उन्हां नूं कोई फड़दा नहीं। क्यों नहीं फड़दा बई, जिन्हों वो सरकार का बीजेपी का बंदा दसदे सीगे वो जेल च है। दीप भाई ने किसान आगूआं नूं पहला भी कदी गलत नहीं बोलिया, पर किसान आगू हमेशा ये कहते रहे कि बई सानू 40 साल का एक्सपीरियंस है। जब मुंडे फड़े गए तो उन्होंने ये जवाब सीगा कि सरकार जाने ते वो जानन, कोई ना। तुसीं सोचियो कल नूं देश नूं कौम नूं जे लोड़ पई तां की पहलां लोग की हिसाब ला लैण। पंजाब दे बहुत वड्डे पत्रकार ने, मैं नाम नहीं लवांगा उन्हां दा, क्राइम ब्रांच कई कई दिन कई कई घंटे बैठे रहे, और एक दिन मैनू कहते भाजी मैं ना डरदा ही नहीं सी सवाल करन लगे। पूरे किसानी संघर्ष विच उस बंदे का बहुत वड्डा योगदान है, कहना डरदा ही नहीं सी। लेकिन कहना जद इत्थे मैनू आना पिया तो मेरे पिछे कौन है, एक बंदा भी नहीं। एक बंदा भी नहीं, और किसान आगू कहते हैं कि सरकार जाने तो वो जानन। मैं माफ़ी मंगते हुए एक गल कहांगा, मैं नैगेटिव नहीं बोलता, पर मैं एक एग्जाम्पल दिना वा। 40 साल का एक्सपीरियंस, जे 40 साल का एक्सपीरियंस है खटिया की, जो उन्हें 40 साल के एक्सपीरियंस के विचों असीं कुछ खटिया हुंदा तो अज ये मोर्चा लाने की लोड़ ही ना पैंदी। जे 10वीं क्लास चों, मैं माफ़ी चाहते हुए ये एग्जाम्पल देन लग्या, जे 10वीं क्लास च कोई बंदा 10 बारी फेल होया होवे तो नवीं क्लास जिहड़ी आंदी है उन्हां वास्ते सीनियर नहीं हो जाता, या उन्हां वास्ते सियाणा नहीं हो जाता। हाँ, उन्होंने कॉलेज की मैनेजमेंट बारे ज़्यादा पता होएगा कि पहला ये मैनेजर हुंदा सीगा, फिर उसके बाद ये प्रिंसीपल हुंदा सी, इहो जी जानकारी हो सकता उन्होंने ज़्यादा होवे, लेकिन पढ़ाई विच उसकी जानकारी नहीं हुंदी तो वह 10वीं च नहीं बैठा हुंदा, 10 साल पहला ही पास हो गया हुंदा।
10ਵੀਂ च ਜਿਹੜੇ 9ਵੀਂ ਦੇ ਨਵੇਂ ਪਾਸ ਹੋ ਕੇ ਆਏ ਨਾ ਉਹ ਜ਼ਿਆਦਾ ਸਿਆਣੇ ਨੇ, ਉਹ ਪਾਸ ਹੋ ਕੇ ਨਿਕਲ ਜਾਣਗੇ, 11ਵੀਂ ਚ ਆ ਜਾਣਗੇ। 10ਵੀਂ ਵਾਲੇ ਫਿਰ 10ਵੀਂ ਚ ਰਹਿ ਜਾਣਗੇ। ਲੇਕਿਨ 10ਵੀਂ ਵਾਲੇ ਇਹ ਬੋਲਦੇ ਪਏ ਨੇ ਜਾਂ ਇਹ ਦਰਸਾਉਂਦੇ ਪਏ ਨੇ ਕਿ ਸਾਨੂੰ ਜ਼ਿਆਦਾ ਪਤਾ ਹੈ। ਇਸ ਐਗਜ਼ਾਮਪਲ ਨੂੰ ਨੈਗੇਟਿਵ ਤਰੀਕੇ 'ਚ ਨਾ ਲਿਓ, ਪੋਜ਼ਿਟਿਵ ਤਰੀਕੇ 'ਚ ਲਿਓ। ਲੇਕਿਨ ਹੈ ਸੱਚ, ਵੱਜਣਾ ਗਿੱਟਿਆਂ 'ਚ ਹੈ ਸੱਚ, ਲੱਗਣਾ ਬੁਰਾ ਹੈ ਸੱਚ। ਮੈਂ ਪਹਿਲਾਂ ਕਿਹਾ ਸੀ ਅਸੀਂ ਨੈਗੇਟਿਵ ਬੋਲਣਾ ਨਹੀਂ ਚਾਹੁੰਦੇ, ਲੇਕਿਨ ਕਿਉਂਕਿ ਧਿਆਨ ਹਟਦਾ, ਹੁਣ ਤਾਂ ਧਿਆਨ ਹਟਿਆ ਹੀ ਹੋਇਆ। ਸੱਚ ਬੋਲਣਾ ਵੀ ਜ਼ਰੂਰੀ ਹੋ ਜਾਂਦਾ। ਯਾਰ ਮੁੰਡੇ ਜੇਲ੍ਹਾਂ 'ਚ ਆ ਗਏ, ਪਿੱਛੇ ਕੋਈ ਨਹੀਂ ਆਇਆ। ਗੁਰਦੁਆਰਾ ਕਮੇਟੀ ਉਹਨਾਂ ਵਾਸਤੇ ਲੜਦੀ ਰਹੀ। ਆ ਮੋਰਚੇ ਵਾਲਿਆਂ ਦਾ ਫਰਜ਼ ਨਹੀਂ ਬਣਿਆ। ਨਵਰੀਤ ਦੇ ਮੂੰਹ ਤੇ ਗੋਲੀ ਮਾਰ ਦਿੱਤੀ ਗਈ, ਇਕਲੌਤਾ ਬੱਚਾ, ਨਵਾਂ ਵਿਆਹ ਹੋਇਆ ਉਹਦਾ, ਆਸਟ੍ਰੇਲੀਆ ਦੀ ਜ਼ਿੰਦਗੀ ਛੱਡ ਕੇ ਆ ਗਿਆ। ਔਰ ਉਸਦੇ ਫੈਮਿਲੀ ਨੂੰ ਸੁਣਨਾ ਕੀ ਪਿਆ ਹੋਣਾ ਕਿ ਉਹ ਜਾਣੇ ਤੇ ਸਰਕਾਰ ਜਾਣੇ ਤੇ ਉਹ ਜਾਣਨ। ਨਵਰੀਤ ਵਰਗਿਆਂ ਦੇ ਲਈ ਤਾਂ ਅਸੀਂ ਪੈਰ ਦੀ ਧੂਲ ਵੀ ਨਹੀਂ ਉਹਨਾਂ ਦੇ। ਉਹਨਾਂ ਦੇ ਸਦਕੇ ਉਹ ਜੱਗੀ ਜਿਹੜਾ ਜਕਾਰੇ ਲਾ ਗਿਆ ਸਿਰ ਫਟਣ ਦੇ ਬਾਅਦ ਵੀ, ਉਹਦੇ ਸਦਕੇ ਯੋਧੇ ਹੋਰ ਆਉਂਦੇ ਰਹਿਣਗੇ। ਦੀਪ ਸਿੱਧੂ ਦੇ ਪੁੱਛਣ ਤੇ ਯਾਰ ਮੈਂ ਕਿਉਂ ਅੰਦਰ, ਮੇਰੇ ਕੋਲ ਜਵਾਬ ਨਹੀਂ ਸੀਗਾ। ਸੱਚ ਇਹ ਹੈ ਕਿ ਉਹ ਸਾਡੇ ਕਰਕੇ ਅੰਦਰ ਹੈ। ਇਹ 40 ਸਾਲ ਦੇ ਐਕਸਪੀਰੀਅੰਸ ਜਿਹੜੇ ਸੀਗੇ ਨਾ, ਉਹ 40 ਸਾਲ ਦਾ ਐਕਸਪੀਰੀਅੰਸ ਨਾ ਰੱਖ ਕੇ, ਉਹ 10ਵੀਂ 'ਚ 10 ਵਾਰ ਫੇਲ ਹੋਇਆ ਸਟੂਡੈਂਟ ਅਗਰ ਨਾ ਹੁੰਦਾ ਨਾ, ਉਹ 9ਵੀਂ ਵਾਲੇ ਸਟੂਡੈਂਟ ਨੇ ਡਿਸੀਜਨ ਲਿੱਤਾ ਹੁੰਦਾ ਤੇ ਲਾਲ ਕਿਲੇ ਤੇ ਹੀ ਮੋਰਚਾ ਲੱਗ ਗਿਆ ਹੁੰਦਾ, ਤੇ ਫਿਰ ਮੁੰਡਿਆਂ ਤੇ ਪਰਚੇ ਨਹੀਂ ਹੋਣੇ ਸੀਗੇ, ਫਿਰ ਉਹ ਬਿੱਲ ਉੱਥੇ ਹੀ ਰੱਦ ਹੋ ਜਾਣੇ ਸੀ, ਫਿਰ ਨਵਰੀਤ ਦੇ ਗੋਲੀ ਨਹੀਂ ਸੀ ਵੱਜਣੀ। ਫਿਰ 28 ਨੂੰ ਆ ਗੁੰਡਿਆਂ ਨੇ ਜਿਹੜਾ ਅਟੈਕ ਕੀਤਾ ਸੀਗਾ 28 ਨੂੰ ਜਾਂ 29 ਨੂੰ, ਜਦੋਂ ਵੀ ਕੀਤਾ ਸੀ ਸਿੰਘੂ ਬਾਰਡਰ ਤੇ, ਆ ਨਹੀਂ ਹੋਣਾ ਸੀ। ਹੁਣ ਸਾਰੇ ਜਾਣੇ ਉਹਨੂੰ ਕਹਿੰਦੇ ਸੀਗੇ, ਦੀਪ ਬਾਈ ਨੂੰ ਕਹਿੰਦੇ ਸੀ ਕਿ ਇਹ ਪੋਲੀਟਿਕਸ ਆਏਗਾ, ਪੋਲੀਟਿਕਸ ਆਏਗਾ, ਤੇ ਆਪ ਇੱਥੇ ਅਸਾਮ ਬੰਗਾਲ ਘੁੰਮ ਰਹੇ ਨੇ। ਆ ਕੀ ਕਰਨ ਦੇ? ਆਪਣੀ ਪੋਲੀਟੀਕਲ ਬੈਕਗਰਾਉਂਡ ਹੀ ਬਣਾਉਣ ਦੇ ਚੱਕਰ 'ਚ ਨੇ ਨਾ। मैं नहीं सोचा सीगा मैं इदा बोलूँगा, बट बोलना सच, दसना सच ते डिस्कस करना भी जरूरी है। असीं तां भी चुप रहे जदों लंडू जे सिंगर कोई लाइव जाके उन्हें दीप बाई दे लई बहुत सारी बकवास की, असीं तां भी नहीं बोले। वक्त आने ते पुछया जाएगा उन्होंने भी, उन्होंने लंडूआ सिंगरां नूं भी। 2 टके के सिंगर जिहड़े उस समय शंभू बॉर्डर ते आके भाजी प्लीज़ 2 मिनट वास्ते बोलन दो भाजी, दीप बाई नाल फोटो करा दो, वो बाद चों बकवास करन लगे फेसबुकां उत्ते ताकि उन्होंने सबसक्राइबर मिल जाण। गाना तो उहदा मैं अज तक कोई सुनिया नहीं। आही उन्होंने को आखिरी सहारा सीगा कि इदां बोल लो। किचड़ सुट रहे थे, वो किचड़ उपर नूं सुट रहे थे, उन्होंने मूँह ते ही डिग्या। दीप बाई नूं तो कोई फर्क पिया नहीं उहदा। अज सच है, पूरा फेसबुक छांट के वेख लो, कोई टावा कोई बेवकूफ होएगा जो दीप बाई के खिलाफ लिखता होएगा या लखे बाई के खिलाफ लिखता होएगा। कोई बेवकूफ ही होएगा, खोता ही होएगा कोई। और उन्होंने भी अगर अक्ल नहीं आई तो फिर रब भी उहदा मालिक है। साडा फर्ज बनता है कि आपां दीप बाई दे लई, लखे बाई दे लई इन्हां दी सपोर्ट दे विच
खड़े होइए। जिन्नियां ज़्यादा तुसीं पोस्टां पा सकते हो, जिन्ना ज़्यादा तुसीं शेयरिंग कर सकते हो इन्हां दी चीज़ां, वो करो। पब्लिक की आवाज़ जिहड़ी हुंदी है वो प्रैशर हुंदा सरकार दे उत्ते। ये पंजाब दे योधे है, इन्हां दा कोई इन्हां दे उत्ते बेवकूफाना, मतलब मैं 1000 बारी बोल चुकिया कि इन्हां दे बारे खोते लोग आ बोलते कि आ पॉलिटिकल अपना बैग अपना बना रहे हैं, करियर बना रहे हैं। अरे बहुतियां तो वधिया ने, हालांकि ये लोग नहीं बनाना चाहते। दीप भाई तो मैं जानता वो नहीं बनाना चाहता, लेकिन मैं चाहना कि यहो जे लोग आन, इन्हां गधियां तो जिहड़े राज कर रहे ने इन्हां तो 100 गुणा वधिया ने। ਜਿਹੜੇ पढ़ लिख के ਜਿਹੜੇ गल कर सकते हैं, ਜਿਹੜੇ पंजाब का दर्द समझते, जो इंडिया का दर्द समझते हैं, जो आम बंदे की गल कर सकते हैं, जो धर्मां के पंगियां तो उपर उठे हुए हैं। एक होर गल मैनूं याद आई, गल करते करते दीप भाई दे नाल उन्हें एक गल मैनूं बोली, कहना यार कि जदों ये लोग मैनूं सौण नहीं दिंदे सीगे, हालांकि कहते बाबे की इन्नी किरपा सी किसी ने ओए करके भी नहीं बोलिया, पूरी रिस्पैक्ट ना बोले, क्योंकि ਉਹਦਾ बैकग्राउंड इन्ना पढ़िया लिखिया बंदा। तो एजेंसियां वाले भी ਮੰਨਦੇ ਸੀਗੇ कि एडा पढ़िया लिखिया कि ਉਹਨਾਂ ਕੋਲ इन्ना पढ़िया लिखिया बंदा नहीं हैगा, ਉਹਨਾਂ ਦੇ ਵਿੱਚ भी इन्ना पढ़िया लिखिया बंदा नहीं है। कहते मैनू किसी ने भी ओए करके भी नहीं बोलिया। हाँ शुरू च मैनू टॉर्चर बहुत किया, सौन नहीं दिंदे सीगे 2-3 दिन, क्योंकि नींद तो बंदा जिहड़ा मैंटली जिहड़ा वो बहुत डिस्टर्ब हुंदा। तो उस समय वो कहता यार लिखवा लो मेरे को जो लिखवाना तुसीं, पर यह बंदा उस समय भी इन्हें कोई किसी का नाम कुछ नहीं इन्हें बोलिया। जिहड़े उन्होंने जिद्दां हरप्रीत भाई हैगे, ये भी डेटा भुगत रहे हैं, ये भी इंक्वायरी दे विच इन्हां नूं बार-बार बुलाया जाता, कई घंटे कई एक किस्म का तसीए ये झेल रहे हैं। इन्हां दी गड्डी भी उत्थे बंद है, एंडेवर जिहड़ी उस दिन दीप भाई जिस च बह के गए। तो लेकिन दीप भाई ने किसी का भी नाम नहीं बोलिया कि उन्हें कहा कि मैं कल्ला सीगा। कहते मेरे नाल ये ज़्यादा सीगा कि इन्हां नूं भिंडरां वाले उत्ते ये गल करदे सी कि तूं भिंडरां वाले दी गल करदा। कहंदा हाँ करदा। कहते मैं डिटेल च कई दिन ला के एजेंसियां नूं, ध्यान नाल सुनियो, कहते मैं कई दिन ला के एजेंसियां नूं ये कन्विंस किया कि भिंडरांवाला गलत नहीं सी। उसनूं विक्टिमाइज किया गया, उसनूं बदनाम किया गया, मीडिया किदां यूज होया। अज जिद्दां ये सरकार करती, उस समय इंदिरा सरकार इदां करती थी। उन्हें कदी किसी धर्म के खिलाफ नहीं बोलिया। कोई एक स्टेटमेंट नहीं हैगी जिस दे विच संत जरनैल सिंह भिंडरांवाले जी ने एक भी स्टेटमेंट दी हुई किसी होर धर्म के खिलाफ। उन्होंने हक में बोलिया हो, इहो जिहियां बड़ियां ने। तुहाडे कोलों भी किसी कोल ऐसी कोई स्टेटमेंट होवे मैनूं जरूर भेजो, क्योंकि मैं कई बारी शर्तां ला चुकिया, किसी कोल नहीं हैगी। उन्होंने भी जिद्दां बदनाम किया गया। कहते मैं दीप भाई कहता मैं एजेंसियां दे नूं लै के बह के उन्होंने पूरा कन्विंस करवाया, फिर वो मन्ने कि हाँ यार तू सही बोलना, वो बंदा तो गलत नहीं सीगा। तो वो इदां ही सरकारां दे हत्थे चढ़ के बदनाम किया गया। हुण मैं फाइनल जिहड़ी शायद हुण तक फाइनल साडा होया नहीं है कि असीं 2 अप्रैल नूं दीप सिद्धू भाई का जन्मदिन हैगा, ये आने वाली 2 तरीक नूं, ते उस दिन शायद जिथों गल शुरू हुई सी शंभू मोर्चे तो, शंभू मोर्चे ते ही एक वड्डा धरना लाने की प्लान कर रहे हैं। हाले फाइनल नहीं होया, जो फाइनल होएगा तो हरप्रीत भाई के उत्थों पेज तो या शंभू मोर्चा पेज तो अनाउंस किया जाएगा। तो उस दे नाल नाल मैं अज सवेरे ही हरप्रीत भाई दे नाल गल कर रहा सीगा कि असी पूरे पंजाब विच या पूरे हिंदुस्तान विच बल्कि पूरे वर्ल्ड विच 2 तरीक नूं या 2 तरीक तो अगे पिछे वर्ल्ड जिहड़ा ब्लड डोनेशन हैगा वो कैंप लगाए जाण।
ਦੀਪ ਸਿੱਧੂ ਬਾਈ ਦਾ ਜਿਹੜਾ ਜਨਮ ਦਿਨ ਉਹ ਇੱਦਾਂ ਮਨਾਇਆ ਜਾਵੇ। ਉਹ ਵੀ ਇੱਕ ਅਵੇਅਰਨੈਸ ਹੁੰਦੀ ਹੈ, ਉਹ ਵੀ ਇੱਕ ਸਰਕਾਰ ਤੇ ਪ੍ਰੈਸ਼ਰ ਹੁੰਦਾ ਹੈ, ਔਰ ਇੱਕ ਕਿਸਮ ਦਾ ਥੈਂਕਸ ਗਿਵਿੰਗ ਵੀ ਦੀ ਤਰ੍ਹਾਂ ਹੀ ਲਿੱਤਾ ਜਾਵੇ। ਇਹ ਵੀ ਹਾਲੇ ਫਾਈਨਲ ਨਹੀਂ ਹੋਇਆ, ਇਹ ਹਰ ਟੀਮ ਦੇ ਵਿੱਚ ਡਿਸਕਸ ਹੋਏਗਾ, ਤੇ ਜਦੋਂ ਹੋਏਗਾ ਇਹ ਵੀ ਹਰਪ੍ਰੀਤ ਭਾਈ ਦੇ ਪੇਜ ਤੋਂ ਹੀ ਦੱਸਿਆ ਜਾਏਗਾ, ਔਰ ਸ਼ੰਭੂ ਪੇਜ ਤੋਂ, ਸ਼ੰਭੂ ਮੋਰਚਾ ਪੇਜ ਜਿਹੜਾ ਹੈਗਾ ਉੱਥੋਂ ਦੱਸਿਆ ਜਾਏਗਾ। ਤੁਸੀਂ ਆਪਣੀ ਰਾਏ ਦੱਸਿਓ ਕਿ ਅਗਰ ਹਰ ਜਿੱਥੇ ਵੀ ਜਿਹੜੇ ਵੀ ਇਲਾਕੇ ਦੇ ਵਿੱਚ ਆਪਣੇ ਆਪਣੇ ਰੈੱਡ ਕਰਾਸ ਜਿਹੜਾ ਹੈਗੀ ਸੁਸਾਇਟੀ ਉਸ ਨੂੰ ਕੰਟੈਕਟ ਕੀਤਾ ਜਾਵੇ, ਔਰ ਜ਼ਿਆਦਾ ਵੱਡਾ ਖਰਚਾ ਨਾ ਕਰਕੇ ਛੋਟੇ ਛੋਟੇ ਹੀ ਭਾਵੇਂ ਹੋਣ ਬਲੱਡ ਡੋਨੇਸ਼ਨ ਕੈਂਪ ਲਗਾਏ ਜਾਣ, ਜਿਹੜਾ ਖੂਨ ਹੈਗਾ ਕਿਸੇ ਜ਼ਰੂਰਤਮੰਦ ਦੇ ਕੰਮ ਆਵੇ, ਕਿਸੇ ਗਰੀਬ ਦੇ ਕੰਮ ਆਵੇ, ਜਿਸ ਨੂੰ ਲੋੜ ਹੈ ਉਸ ਨੂੰ ਉਹ ਖੂਨ ਦਿੱਤਾ ਜਾਵੇ। ਤੇ ਇਨਬਾਕਸ ਕਰਕੇ ਦੱਸਿਓ ਤੁਹਾਡੀ ਕੀ ਰਾਏ ਹੈਗੀ ਆ। ਇਹ ਦੋਨੋਂ ਚੀਜ਼ਾਂ ਹਾਲੇ ਫਾਈਨਲ ਨਹੀਂ ਹੈਗੀਆਂ, ਇਹ ਟੀਮ ਜਦੋਂ ਕਰੇਗੀ ਉਦੋਂ ਅਨਾਊਂਸ ਹੋ ਜਾਏਗਾ। ਮੈਂ ਵੈਸੇ ਹੀ ਤੁਹਾਡੇ ਨਾਲ ਗੱਲ ਕੀਤੀ ਹੈ, ਬਟ ਪੰਜਾਬ ਦੇ ਸ਼ੇਰਾਂ ਦੇ ਨਾਲ ਖੜੇ ਹੋਵੋ। ਇਹਨਾਂ ਦਾ ਆਪਣਾ ਕੋਈ ਮਕਸਦ ਨਹੀਂ ਸੀਗਾ, ਵਧੀਆ ਜ਼ਿੰਦਗੀਆਂ। ਦੀਪ ਬਾਈ ਨੂੰ ਮੈਂ 5-6 ਸਾਲ ਤੋਂ ਜਾਣਦਾ, ਇੱਕ ਵਧੀਆ ਜ਼ਿੰਦਗੀ ਜਿਸ ਦੇ ਲਈ ਲੋਕੀ ਡਰੀਮ ਕਰਦਾ ਆਮ ਬੰਦਾ, ਉਸ ਤੋਂ ਵੀ ਉੱਪਰਲੀ ਜ਼ਿੰਦਗੀ। 5 ਫਿਲਮਾਂ ਦਾ ਹੀਰੋ, ਔਰ 2-2, 2.5 ਕਰੋੜ ਦੀ ਗੱਡੀ ਚਲਾਉਣ ਵਾਲਾ ਬੰਦਾ, ਬੰਬੇ ਰਹਿਣ ਵਾਲਾ ਬੰਦਾ, ਇੰਨੀ ਵੱਡੀ ਕੰਪਨੀਆਂ, ਏਕਤਾ ਕਪੂਰ ਦਾ ਵਕੀਲ, ਆਲਟ ਬਾਲਾਜੀ ਜਿਹੜਾ ਉਸ ਦਾ ਵਕੀਲ, ਸੋਨੀ ਪਿਕਚਰ ਦਾ ਵਕੀਲ ਹੋਵੇ, ਜਿਹੜਾ ਰਾਕੇਸ਼ ਰੋਸ਼ਨ ਦਾ, ਰਿਤਿਕ ਰੋਸ਼ਨ ਵਗੈਰਾ ਜਿਹੜੇ ਹੈਗੇ ਨੇ ਇਸ ਦੇ ਫਾਦਰ, ਉਹਨਾਂ ਦਾ ਵਕੀਲ, ਦਿਓਲ ਫੈਮਿਲੀ ਦਾ ਵਕੀਲ, ਉਹ ਸਾਰਾ ਕੁਝ ਛੱਡ ਕੇ ਅੱਜ ਬੰਦਾ ਜੇਲ੍ਹ ਵਿੱਚ ਹੈ। ਨਾ ਸਿਰਫ ਜੇਲ੍ਹ ਵਿੱਚ ਹੈ, ਬਲਕਿ ਤੁਸੀਂ ਆਪਣੇ ਇਲਾਕੇ ਦਾ ਇੱਕ ਹਵਲਦਾਰ ਨਾਲ ਪੰਗਾ ਲੈ ਕੇ ਦਿਖਾਓ, ਤੁਹਾਨੂੰ ਸਮਝ ਆਏਗੀ ਪੁਲਿਸ ਨਾਲ ਪੰਗਾ ਕੀ ਹੁੰਦਾ ਹੈ। ਇਹ ਤਾਂ ਹਿੰਦੁਸਤਾਨ ਦੀ ਸਭ ਤੋਂ ਵੱਡੀ ਜਿਹੜੀ ਏਜੰਸੀਆਂ ਨੇ, ਕ੍ਰਾਈਮ ਬ੍ਰਾਂਚ ਆਫ ਇੰਡੀਆ, ਇਹਨਾਂ ਦੇ ਉੱਤੇ ਸਿਰਫ ਹੋਮ ਮਿਨਿਸਟਰ ਹੈ, ਉਸ ਦੇ ਉੱਪਰ ਸਿਰਫ ਪ੍ਰਧਾਨ ਮੰਤਰੀ ਹੈ। ਇਹ ਕੇਸ ਡਾਇਰੈਕਟਲੀ ਪ੍ਰਧਾਨ ਮੰਤਰੀ ਔਰ ਹੋਮ ਮਿਨਿਸਟਰ ਇਸ ਨੂੰ ਦੇਖ ਰਹੇ ਨੇ, ਔਰ ਉਹ ਬੰਦੇ ਦਾ ਕੋਈ ਕ੍ਰਿਮੀਨਲ ਪੰਗਾ ਨਹੀਂ ਹੈ ਜਿਸ ਕਰਕੇ ਉਹ ਜੇਲ੍ਹ ਵਿੱਚ ਹੈ। ਉਹ ਤੁਹਾਡੇ ਕਰਕੇ, ਮੇਰੇ ਕਰਕੇ ਜੇਲ੍ਹ ਵਿੱਚ ਹੈ, ਕਿਸਾਨ ਅੰਦੋਲਨ ਦੇ ਕਰਕੇ ਜੇਲ੍ਹ ਵਿੱਚ ਹੈ। ਔਰ ਮੇਰੀ ਗੱਲ ਯਾਦ ਰੱਖਿਓ, ਜਿੱਦਣ ਇਹ ਦੋਨੋਂ ਸ਼ੇਰ ਇੱਥੇ ਪਹੁੰਚ ਜਾਣਗੇ ਨਾ, ਹਿਲਾ ਕੇ ਰੱਖ ਦੇਣਗੇ। ਉਸ ਦਿਨ ਇੰਨਾ ਵੱਡਾ ਇਕੱਠ ਹੋਏਗਾ ਜਿੰਨਾ ਹੁਣ ਤੱਕ ਹੋਇਆ, ਇਸ ਤੋਂ ਕਈ ਗੁਣਾ ਵੱਡਾ ਇਕੱਠ ਹੋਏਗਾ। ਹੁਣ ਗੇਮ ਤਾਂ ਅਸਲੀ ਹੁਣ ਸ਼ੁਰੂ ਹੋਏਗੀ, ਜਿੱਦਣ ਬਾਈ ਬਾਹਰ ਆਊਗਾ। ਆਪਣੀ ਰਾਏ ਜ਼ਰੂਰ ਦੱਸਿਓ ਕਿ 2 ਤਰੀਕ ਵਾਸਤੇ ਤੇ ਇਹ ਜਿਹੜੀ ਵੀ ਅਨਾਊਂਸਮੈਂਟ ਹੋਏਗੀ ਦੱਸੀ ਜਾਏਗੀ। ਜੇ ਉਸਦੇ ਜਨਮ ਦਿਨ ਤੋਂ 1-2 ਦਿਨ ਅੱਗੇ ਪਿੱਛੇ ਕਰਕੇ ਅਸੀਂ ਬਲੱਡ ਡੋਨੇਸ਼ਨ ਕੈਂਪ ਵਰਲਡ ਵਾਈਡ ਲਗਾਏ ਜਾਣ, ਤੇ ਤੁਹਾਡੇ ਵਿੱਚੋਂ ਕੌਣ ਲਗਾਉਣਾ ਚਾਹੁੰਦਾ ਤੇ ਕੋਈ ਕਿਸ ਦਾ ਸੁਜੈਸ਼ਨ ਹੋਵੇ ਜ਼ਰੂਰ ਦੱਸਿਓ। ਅੱਜ ਦੇ ਲਈ ਇੰਨਾ ਹੀ, ਜਲਦੀ ਮਿਲਦੇ ਹਾਂ ਦੁਬਾਰਾ। ਸਤਿ ਸ਼੍ਰੀ ਅਕਾਲ ਜੀ।